ਪਿਆਰੇ ਦਰਸ਼ਕੋ, ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਦੇ ਵਚਨ ਦੀ ਰੋਸ਼ਨੀ ਦੇ ਵਿੱਚ ਲਗਾਤਾਰ ਆਤਮਿਕ ਗਿਆਨ ਵਿੱਚ ਅੱਗੇ ਵਧਦੇ ਜਾ ਰਹੇ ਹਾਂ। ਅਸੀਂ ਉਹਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰੀ ਫੇਰ ਤੋਂ ਉਹਨੇ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਮਿਲਣ ਦਾ ਮੌਕਾ ਬਖਸ਼ਿਆ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸਵਰਗ ਦੀ ਪ੍ਰਸ਼ੰਸਾ ਬਾਰੇ ਗੌਰ ਕਰ ਰਹੇ ਸੀ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਕਹਿੰਦੇ ਹਨ ਕਿ ਸਾਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਕਰਕੇ ਕਿ ਸਵਰਗ ਵਿੱਚ ਸਾਡੇ ਕੰਮਾਂ ਦੀ ਪ੍ਰਸ਼ੰਸਾ ਹੋਏ। ਅਸੀਂ ਜਾਣਿਆ ਕਿ ਸਾਨੂੰ ਧਰਮ ਦੇ ਕੰਮ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਲਈ ਕਰਨੇ ਚਾਹੀਦੇ ਆ। ਅਸੀਂ ਦਾਨ ਦੇਣ ਬਾਰੇ, ਪ੍ਰਾਰਥਨਾ ਕਰਨ ਬਾਰੇ ਅਤੇ ਵਰਤ ਰੱਖਣ ਬਾਰੇ ਸਿੱਖ ਰਹੇ ਸੀ। ਇਸ ਤੋਂ ਬਾਅਦ ਅਸੀਂ ਆਸਨਾ ਬਾਰੇ ਜਾਣਿਆ ਕਿ ਇਹ ਕਿਉਂ ਭੈੜੇ ਹਨ। ਇਹ ਵਚਨ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਸੁਣ ਰਹੇ ਸੀ। ਦੋਸਤੋ, ਅੱਜ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਉਹ ਹੈ ਨਿਵੇਸ਼ ਦੇ ਬਾਰੇ। ਇਸ ਦੇ ਲਈ ਅਸੀਂ ਮੱਤੀ 6 ਅਧਿਆਇ ਦੀ 14 ਆਇਤ ਤੋਂ ਲੈ ਕੇ 24 ਆਇਤ ਤੱਕ ਦੇ ਵਚਨਾਂ ਉੱਤੇ ਗੌਰ ਕਰਾਂਗੇ। ਸਾਡੇ ਅਧਿਐਨ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਨਿਵੇਸ਼ ਦੀ ਸੂਚਨਾ। ਇਸ ਦੇ ਵਿੱਚ ਅਸੀਂ 2 ਨਿਵੇਸ਼ ਦੀ ਸੂਚੀਆਂ ਨੂੰ ਵੇਖਾਂਗੇ। ਪਹਿਲੀ ਨਿਵੇਸ਼ ਦੀ ਸੂਚੀ ਧਰਤੀ ਉਤਲੇ ਖਜ਼ਾਨੇ ਨਾਲ ਸੰਬੰਧਿਤ ਹੈ। ਦੂਜੀ ਨਿਵੇਸ਼ ਦੀ ਸੂਚੀ ਸਵਰਗ ਵਿਚਲੇ ਖਜ਼ਾਨੇ ਨਾਲ ਸੰਬੰਧਿਤ ਹੈ। 2 ਸਿਧਾਂਤ ਹੈ ਇਸ ਦੇ ਵਿੱਚ। ਪਹਿਲਾ ਇੱਕ ਇੱਛਾ ਦਾ ਸਿਧਾਂਤ ਅਤੇ ਦੂਜਾ ਦਿਸ਼ਾ ਦਾ ਸਿਧਾਂਤ। ਅਸੀਂ ਇਹਨਾਂ ਦੇ ਉੱਤੇ ਵੀ ਚਰਚਾ ਕਰਾਂਗੇ। ਤਾਂ ਫਿਰ ਦੋਸਤੋ, ਆਓ ਆਪਣੇ ਮਨਾਂ ਨੂੰ ਤਿਆਰ ਕਰਦੇ ਹੋਏ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ ਚੱਲਦੇ ਹਾਂ ਪ੍ਰਭੂ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਕੋਲ। ਸਰੋਤਾ ਦੋਸਤੋ, ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਸਾਡੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਨਿਵੇਸ਼ਾਂ ਦੀ ਸੂਚੀਆਂ। ਊੜਾ ਭਾਗ ਨਿਵੇਸ਼ਾਂ ਦੀ ਸੂਚੀ ਧਰਤੀ ਉਤਲੇ ਖਜ਼ਾਨੇ। ਐੜਾ ਭਾਗ ਨਿਵੇਸ਼ਾਂ ਦੀ ਸੂਚੀ ਸਵਰਗ ਵਿਚਲਾ ਖਜ਼ਾਨਾ। ਨੰਬਰ 2, ਸਿਧਾਂਤ। ਊੜਾ ਭਾਗ ਇੱਛਾ ਦਾ ਸਿਧਾਂਤ, ਐੜਾ ਭਾਗ ਦਿਸ਼ਾ ਦਾ ਸਿਧਾਂਤ। ਲੈਰੀ ਇੱਕ ਟਰੱਕ ਡਰਾਈਵਰ ਸੀ, ਪਰ ਉਸ ਦਾ ਜੀਵਨ ਭਰ ਦਾ ਸੁਪਨਾ ਆਕਾਸ਼ ਵਿੱਚ ਉੱਡਣਾ ਸੀ। ਜਦੋਂ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਖਤਮ ਕੀਤੀ ਤਦ ਉਹ ਪਾਇਲਟ ਬਣਨ ਦੀ ਆਸ ਨਾਲ ਏਅਰਪੋਰਟ ਵਿੱਚ ਉਹ ਭਰਤੀ ਹੋ ਗਿਆ, ਪਰ ਉਸ ਦੀ ਕਮਜ਼ੋਰ ਅੱਖਾਂ ਦੀ ਨਜ਼ਰ ਨੇ ਉਸ ਨੂੰ ਅਯੋਗ ਬਣਾਇਆ। ਇਸ ਤਰ੍ਹਾਂ ਜਦੋਂ ਉਸ ਨੇ ਆਖਰਕਾਰ ਇਹ ਨੌਕਰੀ ਛੱਡੀ ਤਦ ਉਸ ਨੂੰ ਆਪਣੇ ਘਰ ਦੇ ਪਿੱਛੇ ਦੂਸਰੇ ਲੋਕਾਂ ਨੂੰ ਲੜਾਕੂ ਜਹਾਜ਼ਾਂ ਦੀਆਂ ਉਡਾਨਾਂ ਭਰਦਿਆਂ ਜਾਲੀਦਾਰ ਨਮੂਨੇ ਆਕਾਸ਼ ਵਿੱਚ ਬਣਾਉਂਦਿਆਂ ਦੇਖਦਿਆਂ ਹੀ ਸੰਤੁਸ਼ਟ ਰਹਿਣਾ ਪਿਆ ਸੀ। ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿੱਚ ਕੁਰਸੀ ਉੱਤੇ ਬੈਠਦਾ ਤਦ ਉਹ ਉੱਡਣ ਦੇ ਜਾਦੂ ਦੇ ਬਾਰੇ ਸੁਪਨੇ ਲੈਂਦਾ ਹੁੰਦਾ ਸੀ। ਇੱਕ ਦਿਨ ਲੈਰੀ ਵਾਲਟਨ ਨੂੰ ਇੱਕ ਵਿਚਾਰ ਆਇਆ। ਉਹ ਇੱਕ ਸਥਾਨਕ ਆਰਮੀ ਲੈਡੀ ਦੇ ਪੁਰਾਣੀਆਂ ਚੀਜ਼ਾਂ ਦੇ ਤੋੜ ਵਿੱਚ ਗਿਆ ਅਤੇ ਉਸਨੇ ਇੱਕ ਹਲੀਮ ਗੈਸ ਦੇ ਇੱਕ ਸੈਂਕੀ ਨੂੰ ਖਰੀਦਿਆ ਅਤੇ ਉੱਥੇ 45 ਵੱਡੇ ਵੱਡੇ ਗੁਬਾਰੇ ਹਵਾ ਵਿੱਚ ਉੱਡਣ ਵਾਲੇ ਲਏ। ਇਹ ਆਪ ਦੇ ਦੁਆਰਾ ਖਰੀਦੇ ਜਾਣ ਵਾਲੇ ਰੰਗ ਬਿਰੰਗੇ ਕਿਸੇ ਪਾਰਟੀ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਗੁਬਾਰੇ ਨਹੀਂ ਸਨ। ਇਹ ਤਾਂ ਬਹੁਤ ਹੀ ਮਜ਼ਬੂਤ ਗੁਬਾਰੇ ਸਨ ਜੋ ਕਿ 4 ਫੁੱਟ ਤੋਂ ਵੀ ਵੱਧ ਆਕਾਰ ਦੇ ਸਨ। ਜਦੋਂ ਉਹਨਾਂ ਵਿੱਚ ਪੂਰੀ ਤਰ੍ਹਾਂ ਹਵਾ ਭਰ ਜਾਵੇ, ਪਰ ਉਸ ਦੇ ਵਿਹੜੇ ਦੇ ਪਿੱਛੇ ਲੈਰੀ ਨੇ ਇਹਨਾਂ ਗੁਬਾਰਿਆਂ ਨੂੰ ਆਪਣੀ ਘਾਹ ਦੇ ਬਗੀਚੇ ਵਿੱਚ ਬੈਠਣ ਵਾਲੀ ਕੁਰਸੀ ਦੇ ਨਾਲ ਬੰਨ੍ਹਣ ਦੇ ਲਈ ਰੱਸੀਆਂ ਦਾ ਇਸਤੇਮਾਲ ਕੀਤਾ। ਠੀਕ ਜਿਸ ਤਰ੍ਹਾਂ ਦੀ ਕੁਰਸੀ ਆਪ ਅਕਸਰ ਆਪਣੇ ਘਰ ਦੇ ਪਿੱਛੇ ਰੱਖਦੇ ਹੋ। ਉਸ ਨੇ ਇਸ ਕੁਰਸੀ ਨੂੰ ਆਪਣੀ ਜੀਭ ਦੇ ਬੰਦਰ ਦੇ ਨਾਲ ਖੜਾ ਕੀਤਾ ਅਤੇ ਉਹਨਾਂ ਗੁਬਾਰਿਆਂ ਨੂੰ ਹਲੀਮ ਗੈਸ ਦੇ ਨਾਲ ਪਾਲਿਆ ਅਤੇ ਫਿਰ ਉਸ ਨੇ ਕੁਝ ਖਾਣ ਪੀਣ ਦਾ ਸਮਾਨ ਪੈਕ ਕੀਤਾ ਅਤੇ ਇੱਕੋ ਇਹੋ ਜਿਹੀ ਗੱਲ ਲਈ ਜਿਸ ਦੇ ਨਾਲ ਉਹ ਕੁਝ ਗੁਬਾਰਿਆਂ ਦੇ ਉੱਤੇ ਸਟੇ ਕਰ ਸਕਦਾ ਸੀ। ਜਦੋਂ ਉਸ ਦਾ ਧਰਤੀ ਉੱਤੇ ਪਰਤਣ ਦਾ ਸਮਾਂ ਹੋ ਜਾਵੇ, ਉਸ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਅਤੇ ਲੈਰੀ ਵਾਲਟਰ ਆਪਣੀ ਕੁਰਸੀ ਉੱਤੇ ਬੈਠ ਗਿਆ ਅਤੇ ਉਸ ਨੇ ਉਸ ਕੁਰਸੀ ਦੇ ਸਥਿਰ ਰੱਖਣ ਵਾਲੀ ਰੱਸੀ ਨੂੰ ਕੱਟ ਦਿੱਤਾ। ਉਸ ਦੀ ਯੋਜਨਾ ਹੌਲੀ-ਹੌਲੀ ਪੀਰਾਫਿਰਮਾਈ ਦੇ ਕੋਲ ਵਾਪਸ ਹੇਠਾਂ ਹੌਲੀ-ਹੌਲੀ ਆਉਂਦੀ ਸੀ, ਪਰ ਇਹ ਸਭ ਕੁਝ ਠੀਕ ਇਸੇ ਤਰ੍ਹਾਂ ਨਹੀਂ ਸੀ ਵਰਪਿਆ। ਜਦੋਂ ਲੈਰੀ ਨੇ ਉਸ ਰੱਸੀ ਨੂੰ ਕੱਟਿਆ ਤਦ ਉਹ ਹੌਲੀ-ਹੌਲੀ ਉੱਪਰ ਨਹੀਂ ਸੀ ਗਿਆ। ਉਹ ਤਾਂ ਇਸ ਤਰ੍ਹਾਂ
ਉੱਪਰ ਗਿਆ ਜਿਸ ਤਰ੍ਹਾਂ ਉਸ ਨੂੰ ਕਿਸੇ ਤੋਪ ਨੇ ਬਾਹਰ ਸਿੱਟਿਆ ਹੋਵੇ ਅਤੇ ਉਹ ਕੁਝ ਕੁ ਸੈਂਕੜੇ ਫੁੱਟ ਹੀ ਉੱਪਰ ਨਹੀਂ ਸੀ ਗਿਆ, ਬਲਕਿ ਉਹ ਤਾਂ ਉਦੋਂ ਤੱਕ ਉੱਪਰ ਜਾਂਦਾ ਹੀ ਰਿਹਾ ਜਦੋਂ 11,000 ਫੁੱਟ ਦੀ ਉਚਾਈ ਤੇ ਨਹੀਂ ਸੀ ਪਹੁੰਚ ਗਿਆ। ਉਸ ਉਚਾਈ ਉੱਤੇ ਉਹ ਹੁਣ ਗੁਬਾਰਿਆਂ ਵਿੱਚੋਂ ਕਿਸੇ ਨੂੰ ਵੀ ਗੋਲੀ ਮਾਰਨ ਦਾ ਖਤਰਾ ਬੜੀ ਮੁਸ਼ਕਲ ਦੇ ਨਾਲ ਲੈ ਸਕਦਾ ਸੀ, ਕਿਉਂਕਿ ਇਸ ਤਰ੍ਹਾਂ ਉਸ ਦਾ ਸੰਤੁਲਨ ਵਿਗੜ ਜਾਵੇਗਾ ਅਤੇ ਫਿਰ ਉਹ ਸੱਚਮੁੱਚ ਉਹਨਾਂ ਦਾ ਅਨੁਭਵ ਹੀ ਕਰ ਰਿਹਾ ਹੋਵੇਗਾ। ਇਸ ਤਰ੍ਹਾਂ ਉਹ ਉੱਪਰ ਹੀ ਉੱਪਰ ਉੱਡਦਾ ਗਿਆ। 14 ਘੰਟੇ ਇੱਧਰ ਉੱਧਰ ਜਾਂਦਾ ਰਿਹਾ ਅਤੇ ਉਹ ਹੁਣ ਪੂਰੀ ਤਰ੍ਹਾਂ ਭੁੱਲ ਗਿਆ ਸੀ ਕਿ ਥੱਲੇ ਕਿਵੇਂ ਉਤਰਨਾ ਹੈ। ਆਖਰਕਾਰ ਲੈਰੀ ਲੈਸ ਐਲਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅੰਦਰ ਦਾਖਲ ਹੋਣ ਵਾਲੇ ਇਲਾਕੇ ਵਿੱਚ ਪੁੱਜਿਆ। ਇੱਕ ਟਿਨ ਆਨ ਜਹਾਜ਼ ਦੇ ਪਾਇਲਟ ਨੇ ਸੂਚਨਾ ਦੇਣ ਵਾਲੇ ਟਾਵਰ ਦੇ ਕੋਲ ਇਹ ਰੇਡੀਓ ਦੇ ਰਾਹੀਂ ਸੰਦੇਸ਼ ਭੇਜਿਆ ਕਿ ਇੱਕ ਵਿਅਕਤੀ ਆਪਣੇ ਘਾਹ ਦੇ ਬਗੀਚੇ ਵਿੱਚ ਬੈਠਣ ਵਾਲੀ ਕੁਰਸੀ ਉੱਤੇ 11,000 ਫੁੱਟ ਦੀ ਉਚਾਈ ਉੱਤੇ ਹੱਥ ਵਿੱਚ ਇੱਕ ਬੰਦੂਕ ਲਈ ਉਸ ਦੇ ਅੱਗਿਓਂ ਗੁਜ਼ਰ ਰਿਹਾ ਹੈ। ਹੁਣ ਇਹ ਇਹੋ ਜਿਹੀ ਗੱਲਬਾਤ ਸੀ ਜਿਸ ਨੂੰ ਸੁਣਨ ਲਈ ਮੈਂ ਸਾਰਾ ਕੁਝ ਪੂਰਾ ਧਿਆਨ ਦੇ ਸਕਦਾ ਸੀ। ਇਹ ਹਵਾਈ ਅੱਡਾ ਠੀਕ ਸਮੁੰਦਰ ਦੇ ਲਾਗੇ ਸੀ ਅਤੇ ਆਪ ਜਾਣ ਸਕਦੇ ਹੋ ਕਿ ਰਾਤ ਦੇ ਸਮੇਂ ਪੱਛਮੀ ਕਿਨਾਰੇ ਉੱਤੇ ਚੱਲਣ ਵਾਲੀਆਂ ਹਵਾਵਾਂ ਤਬਦੀਲ ਹੋਣੀਆਂ ਆਰੰਭ ਹੋ ਜਾਂਦੀਆਂ ਹਨ। ਇਸ ਤਰ੍ਹਾਂ ਜਦੋਂ ਘੁਸਮੁਸਾ ਹੋਇਆ ਤਦ ਲੈਰੀ ਨੇ ਸਮੁੰਦਰ ਵਿੱਚ ਦੂਰਲੇ ਇਲਾਕੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਸ ਵਕਤ ਨੇਵੀ ਵਾਲਿਆਂ ਨੇ ਇੱਕ ਹੈਲੀਕਾਪਟਰ ਉਸ ਨੂੰ ਬਚਾਉਣ ਲਈ ਭੇਜਿਆ, ਪਰ ਉਸ ਦੇ ਲਈ ਭੇਜੀ ਗਈ ਬਚਾਓ ਕਰਨ ਵਾਲੀ ਟੀਮ ਨੂੰ ਉਸ ਤੱਕ ਭੇਜਣ ਲਈ ਕਾਫੀ ਮੁਸ਼ਕਲ ਕਰਨੀ ਪਈ ਸੀ, ਕਿਉਂਕਿ ਜੋ ਹੈਲੀਕਾਪਟਰ ਦੇ ਪੰਖਿਆਂ ਦੀ ਹਵਾ ਉਸ ਨੂੰ ਹੋਰ ਦੂਰ ਧੱਕਦੀ ਜਾ ਰਹੀ ਸੀ। ਆਖਰਕਾਰ ਉਹ ਉਸ ਦੇ ਉੱਤੇ ਉੱਡ ਸਕੇ ਸਨ ਅਤੇ ਉਹਨਾਂ ਨੇ ਉਸ ਦੇ ਲਈ ਇੱਕ ਉੱਪਰੋਂ ਬਚਾਉਣ ਵਾਲੀ ਰੱਸੀ ਤੱਕ ਸੁੱਟੀ, ਜਿਸ ਦੇ ਨਾਲ ਉਹਨਾਂ ਨੇ ਉਸ ਨੂੰ ਹੌਲੀ-ਹੌਲੀ ਧਰਤੀ ਉੱਤੇ ਵਾਪਸ ਲਿਆਂਦਾ। ਜਿਉਂ ਹੀ ਲੈਰੀ ਜ਼ਮੀਨ ਉੱਤੇ ਉਤਰਿਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਜਦੋਂ ਉਸ ਨੂੰ ਪਕੜ ਕੇ ਲਿਜਾਇਆ ਜਾ ਰਿਹਾ ਸੀ ਤਦ ਇੱਕ ਟੈਲੀਵਿਜ਼ਨ ਰਿਪੋਰਟ ਨੇ ਉਸ ਨੂੰ ਪੁੱਛਿਆ, ਮਿਸਟਰ ਵਾਲਟਰ, ਇਹ ਸਭ ਤੂੰ ਕਿਉਂ ਕੀਤਾ ਸੀ? ਅਤੇ ਲੈਰੀ ਨੇ ਰੁਕ ਕੇ ਉਸ ਮਨੁੱਖ ਵੱਲ ਤੱਕਿਆ ਅਤੇ ਰੁਚੀਹੀਨ ਢੰਗ ਦੇ ਨਾਲ ਉੱਤਰ ਦਿੱਤਾ, ਕੋਈ ਮਨੁੱਖ ਵਿਹਲਾ ਨਹੀਂ ਬੈਠ ਸਕਦਾ ਅਤੇ ਇਹ ਗੱਲ ਸੱਚ ਹੀ ਹੈ। ਕੀ ਇਹ ਇਸ ਤਰ੍ਹਾਂ ਨਹੀਂ ਹੈ? ਇੱਕ ਮਨੁੱਖ ਵਿਹਲਾ ਨਹੀਂ ਬੈਠ ਸਕਦਾ, ਪਰ ਕੁਝ ਹੋਰ ਤਰੀਕੇ ਹਨ ਜਿਨ੍ਹਾਂ ਵਿੱਚ ਆਪ ਆਪਣੇ ਆਪ ਨੂੰ ਨਿਵੇਸ਼ ਕਰ ਸਕਦੇ ਹੋ। ਕੁਝ ਹੋਰ ਸਾਡੇ ਕੋਲ ਕੰਮ ਹਨ ਜੋ ਕਿ ਵਿਹਲਿਆਂ ਬੈਠਣ ਤੋਂ ਪਰੇ ਦੀ ਗੱਲ ਹੈ ਅਤੇ ਮੈਂ ਅੱਜ ਉਹਨਾਂ ਵਿੱਚੋਂ ਕੁਝ ਦੇ ਬਾਰੇ ਅਧਿਆਨ ਨਾਲ ਗੱਲ ਕਰਨ ਦੀ ਖੁਆਇਸ਼ ਰੱਖਦਾ ਹਾਂ। ਮੱਤੀ ਦੀ ਅੰਜੀਲ 6 ਅਧਿਆਏ ਉਸ ਦੀ 19 ਐਤ ਦੇ ਵਚਨ ਤੋਂ ਅੱਗੇ ਯਿਸੂ ਜੀ ਇਸ ਤਰ੍ਹਾਂ ਆਖਦੇ ਹਨ, ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਔਰ ਜਿੱਥੇ ਚੋਰ ਸਨ ਮਾਰਦੇ ਅਤੇ ਚੁਰਾਉਂਦੇ ਹਨ, ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਔਰ ਜਿੱਥੇ ਚੋਰ ਨਾ ਸਨ ਮਾਰਦੇ ਨਾ ਚੁਰਾਉਂਦੇ ਹਨ। ਨੰਬਰ 1, ਨਿਵੇਸ਼ਾਂ ਦੀ ਸੂਚੀਆਂ। ਭਾਗ ਊੜਾ, ਨਿਵੇਸ਼ਾਂ ਦੀ ਸੂਚੀ, ਧਰਤੀ ਉਤਲਾ ਧਨ। ਮੈਂ ਆਪ ਦੇ ਨਾਲ ਨਿਵੇਸ਼ ਕਰਨ ਅਤੇ ਕਿਸ ਤਰ੍ਹਾਂ ਨਿਵੇਸ਼ ਕੀਤਾ ਜਾਵੇ ਇਸ ਦੇ ਬਾਰੇ ਗੱਲਬਾਤ ਕਰਨ ਦੀ ਖੁਆਇਸ਼ ਰੱਖਦਾ ਹਾਂ। ਮੈਂ ਆਪ ਨੂੰ 2 ਨਿਵੇਸ਼ਾਂ ਦੀਆਂ ਸੂਚੀਆਂ ਦੀ ਤਜਵੀਜ਼ ਦੇਣੀ ਚਾਹੁੰਦਾ ਹਾਂ ਜਿਨ੍ਹਾਂ ਵਿੱਚੋਂ ਹੋ ਸਕਦਾ ਹੈ ਆਪ ਜੁੜੇ ਹੋਵੋ। ਨਿਵੇਸ਼ਾਂ ਦੀ ਪਹਿਲੀ ਸੂਚੀ ਇਹ ਹੈ ਜਿਸ ਨੂੰ ਕਿ ਅਸੀਂ ਧਰਤੀ ਉਤਲਾ ਧਨ ਕਰਕੇ ਆਖ ਸਕਦੇ ਹਾਂ। ਯਿਸੂ ਜੀ ਆਖਦੇ ਹਨ ਕਿ ਆਪ ਦੇ ਦੁਆਰਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਧਰਤੀ ਦੇ ਖਜ਼ਾਨਿਆਂ ਵਿੱਚ ਨਿਵੇਸ਼ ਕਰਨ ਵਿੱਚ ਸੰਭਵ ਹੈ। ਉਹ ਮੈਨੂੰ ਬਹੁਤ ਹੀ ਪਸੰਦ ਹੈ। ਜਿਸ ਤਰ੍ਹਾਂ ਪੀਟਰਸਨ ਇਹਨਾਂ ਐਤਾਂ ਦੇ ਵਚਨਾਂ ਦੇ ਅਨੁਵਾਦ ਕਰਦਾ ਹੈ, ਉਹ ਆਖਦਾ ਹੈ, ਧਰਤੀ ਉੱਤੇ ਆਪਣੇ ਖਜ਼ਾਨਿਆਂ ਨੂੰ ਜਮ੍ਹਾਂ ਨਾ ਕਰੋ ਜਿੱਥੇ ਇਸ ਨੂੰ ਸਿਉਂਕ ਖਾ ਜਾਂਦੀ ਹੈ ਅਤੇ ਇਸ ਨੂੰ ਜੰਗ ਲੱਗ ਜਾਂਦਾ ਹੈ, ਜਾਂ ਫਿਰ ਇਸ ਤੋਂ ਵੀ ਭੈੜੀ ਗੱਲ ਚੋਰ ਇਸ ਨੂੰ ਚੁਲਾ ਲੈਂਦੇ ਹਨ। ਆਪਣਾ ਖਜ਼ਾਨਾ ਸਵਰਗ ਦੇ ਵਿੱਚ ਜੋੜੋ ਜਿੱਥੇ ਕਿ ਇਹ ਸਿਉਂਕ, ਜੰਗ ਅਤੇ ਚੋਰ ਤੋਂ ਸੁਰੱਖਿਅਤ ਰਹਿੰਦਾ ਹੈ। ਇਹ ਤਾਂ ਸਾਫ਼ ਜ਼ਾਹਿਰ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੈ। ਉਹ ਥਾਂ ਜਿੱਥੇ ਆਪ ਦਾ ਖਜ਼ਾਨਾ ਹੋਵੇ ਉਹੀ ਉਹ ਥਾਂ ਹੁੰਦਾ ਹੈ ਜਿੱਥੇ ਆਪ ਸਭ ਤੋਂ ਵੱਧ ਮੌਜੂਦ ਹੋਣ ਵਾਲੀ ਖੁਆਇਸ਼ ਰੱਖਦੇ ਹੋ ਅਤੇ ਜਿੱਥੇ ਆਪ ਅੰਤ ਵਿੱਚ ਰਹਿਣਾ ਚਾਹੁੰਦੇ ਹੋ। ਹੁਣ ਜੇਕਰ ਅਸੀਂ ਨਿਵੇਸ਼ ਦੀ ਪਹਿਲੀ ਸੂਚੀ ਉੱਤੇ ਨਜ਼ਰ ਮਾਰੀਏ ਤਦ ਅਸੀਂ ਗੌਰ ਕਰਾਂਗੇ ਕਿ ਜਦੋਂ ਯਿਸੂ ਜੀ ਨੇ ਸਾਨੂੰ ਦੱਸਿਆ ਕਿ ਸਾਨੂੰ ਆਪਣੇ ਆਪ ਲਈ ਖਜ਼ਾਨਿਆਂ ਨੂੰ ਇਕੱਠਾ ਨਹੀਂ ਕਰਨਾ ਪੈਣਾ, ਤਦ ਉਹ ਨਿਵੇਸ਼ਾਂ ਕਰਨ ਦੀ ਉਦਾਹਰਨ ਇਸਤੇਮਾਲ ਕਰਦਾ ਹੈ। ਅਸਲ ਵਿੱਚ ਜੇਕਰ ਨਿਊਯਾਰਕ ਟੌਪ ਐਕਸਚੇਂਜ ਜੋ ਕਿ ਵਾਲ ਉੱਤੇ ਸਥਿਤ ਹੈ, ਜੇਕਰ ਉਹ ਕਿਸੇ ਅੱਛੀ ਐਤ ਦੀ ਭਾਲ ਕਰ ਰਹੇ ਹੋਣ
ਜਿਸ ਨੂੰ ਉਹ ਆਪਣੀ ਬਿਲਡਿੰਗ ਦੇ ਵਿੱਚ ਦਾਖਲ ਹੋਣ ਵਾਲੇ ਦਰਵਾਜ਼ੇ ਦੇ ਉੱਪਰ ਲਗਾ ਸਕਣ, ਤਦ ਇਹ ਇੱਕ ਬਹੁਤ ਹੀ ਮਹਾਨ ਆਇਤ ਹੋਵੇਗੀ। ਭਾਵ ਜਿੱਥੇ ਤੁਹਾਡਾ ਖਜ਼ਾਨਾ ਹੈ, ਉੱਥੇ ਤੁਹਾਡਾ ਦਿਲ ਹੋਵੇਗਾ। ਹੁਣ ਇਹ ਬਹੁਤ ਹੀ ਮਹੱਤਵਪੂਰਨ ਹੈ ਜੋ ਮੈਂ ਆਖਦਾ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮੱਸਿਆ ਬਾਰੇ ਜੋ ਕਿ ਧਰਤੀ ਉੱਤੇ ਨਿਵੇਸ਼ ਕਰਨ ਨਾਲ ਜੁੜੀਆਂ ਹੋਈਆਂ ਹਨ ਗੌਰ ਕਰੀਏ, ਉਹ ਇਹ ਹੈ ਕਿ ਯਿਸੂ ਜੀ ਸਾਨੂੰ ਇਹ ਨਹੀਂ ਆਖ ਰਹੇ ਕਿ ਕਿਸੇ ਨੂੰ ਪੈਸਾ ਬਚਾਉਣਾ ਨਹੀਂ ਚਾਹੀਦਾ, ਸਾਨੂੰ ਕੋਈ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਤਰ੍ਹਾਂ ਜਦੋਂ ਅਕਸਰ ਲੋਕ ਬਾਣੀ ਦੇ ਇਸ ਭਾਗ ਦਾ ਪ੍ਰਚਾਰ ਕਰਦੇ ਹਨ, ਤਦ ਉਹ ਇੱਥੋਂ ਤੱਕ ਅੱਗੇ ਵੱਧ ਜਾਂਦੇ ਹਨ ਜੋ ਕਿ ਇਹ ਕਿਸੇ ਲਈ ਵੀ ਅਰਥਹੀਨ ਹੋ ਕੇ ਰਹਿ ਜਾਂਦਾ ਹੈ। ਆਓ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੋ ਅਸਲ ਵਿੱਚ ਆਖ ਰਿਹਾ ਸੀ। ਮਿਸਾਲ ਵਜੋਂ ਦੂਸਰੇ ਕਰੰਥੀਆਂ ਦੀ ਪੱਤਰੀ 12 ਅਧਿਆਏ 14 ਐਤ ਵਿੱਚ ਬਾਈਬਲ ਸਾਨੂੰ ਆਖਦੀ ਹੈ ਕਿ ਸਾਨੂੰ ਆਪਣੇ ਬੱਚਿਆਂ ਲਈ ਧਨ ਜੋੜਨਾ ਚਾਹੀਦਾ ਹੈ। ਦੂਸਰੇ ਕਰੰਥੀਆਂ ਦੀ ਪੱਤਰੀ 12 ਅਧਿਆਏ ਉਸਦੀ 14 ਐਤ ਦੇ ਵਚਨ ਆਖਦੇ ਹਨ, ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਦੇ ਲਈ ਨਹੀਂ ਬਲਕਿ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਲਈ ਜੋੜਨਾ ਚਾਹੀਦਾ ਹੈ। ਦੂਸਰੇ ਸ਼ਬਦਾਂ ਵਿੱਚ ਸਾਡੇ ਬੱਚਿਆਂ ਦੇ ਲਈ ਕੁਝ ਬਚਾ ਕੇ ਰੱਖਣਾ ਇਹ ਤਾਂ ਉਚਿਤ ਹੈ ਅਤੇ ਸਾਡੇ ਬੱਚਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਾ ਜਦੋਂ ਉਹ ਵੱਧ ਰਹੇ ਹੋਣ। ਅਤੇ ਸਾਰੇ ਬੱਚਿਆਂ ਨੇ ਆਖਿਆ ਆਮੀਨ। ਅਤੇ ਦੂਸਰੀ ਗੱਲ, ਪਹਿਲਾ ਤੀਮੋਥੇਉਸ ਪੱਤਰੀ 5 ਅਧਿਆਏ ਉਸਦੀ 8 ਐਤ ਦੇ ਵਚਨ ਅਸਲ ਵਿੱਚ ਇਸ ਨੂੰ ਇੱਕ ਹੋਰ ਸਿਆਰ ਤੱਕ ਉੱਚਾ ਚੁੱਕਦੇ ਹਨ ਅਤੇ ਆਖਦੇ ਹਨ ਕਿ ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰਦ ਨਹੀਂ ਕਰਦਾ ਤਾਂ ਉਹ ਨੇਚਾਂ ਤੋਂ ਬੇਮੁਖ ਹੋਇਆ ਹੈ ਤੇ ਬੇਪਰਤੀਤੀਆਂ ਨਾਲੋਂ ਵੀ ਬੁਰਾ ਹੈ। ਦੂਜੇ ਸ਼ਬਦਾਂ ਵਿੱਚ ਇਸ ਬਾਈਬਲ ਬਾਣੀ ਦੇ ਭਾਗ ਨੂੰ ਇਹ ਆਖਣ ਦੇ ਲਈ ਨਾ ਲਓ ਕਿ ਆਪ ਨੂੰ ਕੰਗਾਲ ਹੋ ਕੇ ਜਾਂ ਬਿਨਾਂ ਪੈਸੇ ਤੋਂ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਆਪਣੇ ਪਰਿਵਾਰ ਲਈ ਕੁਝ ਵੀ ਨਾ ਰੱਖਣਾ। ਬਾਈਬਲ ਸਾਨੂੰ ਇਹ ਵੀ ਆਖਦੀ ਹੈ ਕਿ ਸਾਡੇ ਲਈ ਕੁਝ ਬਚਾ ਕੇ ਰੱਖਣਾ ਤੇ ਉਚਿਤ ਹੈ ਤਾਂ ਕਿ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਜੋ ਕਿ ਜ਼ਰੂਰਤਮੰਦ ਹੋਣ। ਇਫਸੀਆਂ ਦੀ ਪੱਤਰੀ 4 ਅਧਿਆਇ ਉਸਦੀ 28 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਚੋਰੀ ਕਰਨ ਵਾਲਾ ਅਗਾਂਹ ਨੂੰ ਚੋਰੀ ਨਾ ਕਰੇ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲੇ ਕੰਮ ਕਰੇ, ਭਾਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਜੋ ਕੁਝ ਉਹਦੇ ਕੋਲ ਹੋਵੇ। ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੇ ਕੋਲ ਕੁਝ ਸਰੋਤ ਉਪਲਬਧ ਹੋਣ, ਪਰ ਇੱਥੇ ਮਸਲਾ ਇਹ ਹੈ, ਯਿਸੂ ਜੀ ਆਖਦੇ ਹਨ ਸਾਨੂੰ ਆਪਣੀ ਧਨ ਦੌਲਤ ਦੇ ਖਜ਼ਾਨੇ ਨਹੀਂ ਬਣਾਉਣੇ ਚਾਹੀਦੇ। ਕੁਝ ਧਨ ਦੌਲਤ ਰੱਖਣਾ ਗਲਤ ਨਹੀਂ ਹੈ, ਇਹਨਾਂ ਵਿੱਚ ਖਜ਼ਾਨੇ ਬਣਾਉਣਾ ਗਲਤ ਹੈ। ਅਸਲ ਵਿੱਚ ਖਜ਼ਾਨਾ ਰੱਖਣਾ ਵੀ ਗਲਤ ਨਹੀਂ ਹੈ, ਅਸਲ ਵਿੱਚ ਉਹਨਾਂ ਵਿੱਚੋਂ ਭਰੋਸਾ ਰੱਖਣਾ ਗਲਤ ਹੈ। ਅਤੇ ਪਰਮੇਸ਼ਰ ਦੀ ਬਾਣੀ ਇਹ ਸਪਸ਼ਟ ਸਿੱਖਿਆ ਦਿੰਦੀ ਹੈ। ਮਰਕਸ ਦੀ ਅੰਜੀਲ 10 ਅਧਿਆਏ ਉਸਦੀ 24 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਚੇਲੇ ਉਹਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਹਨਾਂ ਨੂੰ ਅੱਗਿਓਂ ਫਿਰ ਆਖਿਆ, ਹੇ ਬਾਲਕੋ, ਜਿਹੜੇ ਧਨ ਉੱਤੇ ਆਸਰਾ ਰੱਖਦੇ ਹਨ ਉਹਨਾਂ ਲਈ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿੱਡਾ ਹੀ ਔਖਾ ਹੈ। ਉਹ ਗੱਲ ਜੋ ਕਿ ਬਹੁਤ ਹੀ ਪ੍ਰਸਿੱਧ ਬਾਈਬਲ ਬਾਣੀ ਦਾ ਭਾਗ ਇਹ ਸਾਰੇ ਮਸਲੇ ਦੇ ਬਾਰੇ ਸਾਨੂੰ ਇੱਕ ਨਜ਼ਰੀਆ ਪ੍ਰਦਾਨ ਕਰਦਾ ਹੈ। ਉਹ ਪਹਿਲਾ ਤੀਮੋਥੇਉਸ ਦੀ ਪੱਤਰੀ 6 ਅਧਿਆਏ ਉਸਦੀ 17 ਐਤ ਦੇ ਵਿੱਚ ਇਸ ਤਰ੍ਹਾਂ ਆਖਦਾ ਹੈ, ਜਿਹੜੇ ਇਸ ਯੁੱਗ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਕਰ, ਭਾਈ ਗਰਵ ਨਾ ਕਰਨ ਅਤੇ ਬੇਟਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ਰ ਉੱਤੇ ਆਸਰਾ ਰੱਖਣ, ਜਿਹੜਾ ਸਾਨੂੰ ਭੋਗਣ ਲਈ ਸਭੀ ਕੁਝ ਤਰਤੀਬ ਦਿੰਦਾ ਹੈ। ਕੀ ਇਹ ਅਦਭੁਤ ਨਹੀਂ ਹੈ ਕਿ ਪਰਮੇਸ਼ਰ ਦੀ ਬਾਣੀ ਕਿੰਨੀ ਸੁਨਿਹਤ ਹੈ? ਪਰਮੇਸ਼ਰ ਦੀ ਬਾਣੀ ਜੇਕਰ ਆਪ ਇਸ ਨੂੰ ਧਿਆਨਪੂਰਵਕ ਪੜ੍ਹੋ ਤਦ ਇਹ ਆਪ ਨੂੰ ਛੂਹਣ ਵਾਲੀ ਰੇਖਾ ਉੱਤੇ ਜਾ ਕੇ ਕੁਝ ਅਸੁਰਗਤ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਇਸੇ ਹੀ ਐਤ ਵਿੱਚ ਆਖਿਆ ਗਿਆ ਹੈ ਕਿ ਧਰਤੀ ਉੱਤੇ ਆਪਣੇ ਖਜ਼ਾਨਿਆਂ ਉੱਤੇ ਭਰੋਸਾ ਨਾ ਰੱਖੋ, ਜਿਉਂਦੇ ਪਰਮੇਸ਼ਰ ਵਿੱਚ ਭਰੋਸਾ ਰੱਖੋ ਅਤੇ ਯਾਦ ਰੱਖੋ ਕਿ ਪਰਮੇਸ਼ਰ ਨੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਭਰਪੂਰੀ ਨਾਲ ਆਨੰਦ ਮਾਣਨ ਦੇ ਲਈ ਬਖਸ਼ੀਆਂ ਹਨ। ਜੇਕਰ ਆਪ ਇਸ ਐਤ ਨੂੰ ਸਪਸ਼ਟ ਤੌਰ ਤੇ ਪੜ੍ਹੋ ਤਦ ਜੋ ਕੁਝ ਵੀ ਤੁਹਾਡੇ ਕੋਲ ਹੈ ਉਹ ਸਭ ਦੇ ਸਾਰੇ ਸਮੁੱਚੇ ਮਾਮਲੇ ਵਿੱਚੋਂ ਆਪ ਕਦੇ ਵੀ ਇਸ ਦੇ ਪ੍ਰਤੀ ਨਜ਼ਰੀਏ ਵਿੱਚੋਂ ਬਾਹਰ ਨਹੀਂ ਹੋਵੋਗੇ। ਪਰਮੇਸ਼ਰ ਸਾਨੂੰ ਇਹ ਨਹੀਂ ਆਖ ਰਿਹਾ ਕਿ ਸਾਨੂੰ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ, ਉਹ ਸਾਨੂੰ ਆਖ ਰਿਹਾ ਹੈ ਕਿ ਸਾਨੂੰ ਉਹਨਾਂ ਵਿੱਚੋਂ ਭਰੋਸਾ ਨਹੀਂ ਰੱਖਣਾ ਚਾਹੀਦਾ। ਸਾਡਾ ਭਰੋਸਾ ਹਮੇਸ਼ਾ ਹੀ ਜਿਉਂਦੇ ਪਰਮੇਸ਼ਰ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਨੇਕ ਤਰੀਕਿਆਂ ਵਿੱਚੋਂ ਇੱਕ ਆਪਣੇ ਆਪ ਨੂੰ ਪੁੱਛਣ ਦਾ ਹੈ, ਉਹ ਇਹ ਹੈ ਕਿ ਇਹ ਸਾਰੇ ਮਾਮਲੇ ਵਿੱਚ ਆਪ ਕਿੱਥੇ ਹੋ। ਫਰਜ਼ ਕਰੋ ਕਿ ਸਾਡੇ ਕੋਲ $100,000 ਬੈਂਕ ਵਿੱਚ ਨਿਵੇਸ਼ ਕੀਤੇ ਹੋਣ ਅਤੇ ਸ਼ਾਇਦ ਇਹ ਉਹਨਾਂ ਸਭ ਤੋਂ ਵੱਧ ਅਦਭੁਤ ਸੋਚਾਂ ਵਿੱਚੋਂ ਇੱਕ ਹੈ ਜੋ ਲੰਬੇ ਅਰਸੇ ਲਈ ਆਪ ਦੇ ਕੋਲ ਹੈ। ਜਰਾ ਸੋਚੋ, ਇੱਕ ਪਲ ਦੇ ਲਈ ਇਸ ਦੇ ਬਾਰੇ ਸੋਚੋ। ਜੋ ਬੈਂਕਾਂ ਹਨ ਉਹਨਾਂ ਵਿੱਚ ਥੋੜ੍ਹੀ ਜਿਹੀਆਂ ਕਠਿਨਾਈਆਂ ਆ ਜਾਂਦੀਆਂ ਹਨ
ਅਤੇ ਫਰਜ਼ ਕਰੋ ਕਿ ਆਪ ਉਸ $100,000 ਦੇ ਨਿਵੇਸ਼ ਨੂੰ ਖੋ ਬੈਠਦੇ ਹੋ, ਕੀ ਆਪ ਬੁਰਾ ਮਹਿਸੂਸ ਕਰੋਗੇ? ਜੀ ਹਾਂ, ਸੱਚਮੁੱਚ। ਜੇਕਰ ਆਪ ਇੱਕ $100,000 ਖੋ ਬੈਠਦੇ ਹੋ, ਤਦ ਆਪ ਜਾ ਕੇ ਕੋਈ ਪਾਰਟੀ ਨਹੀਂ ਕਰੋਗੇ, ਪਰ ਕੀ ਇਹ ਆਪ ਦੇ ਜੀਵਨ ਨੂੰ ਨਾਸ਼ ਕਰ ਦੇਵੇਗਾ, ਕਿਉਂਕਿ ਆਪ ਕਿਸੇ ਨਾ ਕਿਸੇ ਦਿਨ ਇਸ ਨੂੰ ਖੋਣ ਜਾ ਰਹੇ ਹੋ। ਕੀ ਆਪ ਨਹੀਂ ਖੋਣ ਜਾ ਰਹੇ? ਆਪ ਇਸ ਨੂੰ ਆਪਣੇ ਨਾਲ ਨਹੀਂ ਲਿਜਾ ਸਕਦੇ ਜਦੋਂ ਤੱਕ ਇਸ ਨੂੰ ਆਪਣੇ ਤੋਂ ਅੱਗੇ ਨਹੀਂ ਭੇਜ ਦਿੰਦੇ। ਅਤੇ ਇਸ ਤਰ੍ਹਾਂ ਜੋ ਯਿਸੂ ਜੀ ਇੱਥੇ ਆਖ ਰਹੇ ਹਨ ਕਿ ਧਰਤੀ ਉੱਤੇ ਆਪਣੇ ਲਈ ਧਨ ਨਾ ਜੋੜੋ, ਉਹ ਇਹੋ ਹੀ ਹੈ ਕਿ ਆਪਣੇ ਧਰਤੀ ਉਤਲੇ ਖਜ਼ਾਨਿਆਂ ਉੱਤੇ ਭਰੋਸਾ ਨਾ ਰੱਖੋ। ਹੁਣ ਉਹ ਇੱਥੇ ਸਾਨੂੰ ਕੁਝ ਨੇਕ ਕਰਨ ਦੱਸਦੇ ਹਨ। ਸਭ ਤੋਂ ਪਹਿਲਾਂ ਉਹ ਆਖਦਾ ਹੈ ਕਿ ਜੋ ਧਰਤੀ ਉਤਲੇ ਖਜ਼ਾਨੇ ਹਨ, ਉਹ ਨਾਸ਼ ਹੋਣ ਜਾ ਰਹੇ ਹਨ। ਉਹ ਆਖਦਾ ਹੈ, ਇਸ ਤਰ੍ਹਾਂ ਨਾ ਕਰੋ, ਕਿਉਂਕਿ ਜੋ ਸਿਉਂਕ ਹੈ ਜਾਂ ਕਾਈ ਹੈ, ਉਹ ਉਹਨਾਂ ਨੂੰ ਖਾ ਜਾਵੇਗੀ। ਸਿਉਂਕ ਜਾਂ ਕਾਈਆਂ ਤੁਹਾਡੇ ਖਜ਼ਾਨਿਆਂ ਨੂੰ ਨਾਸ਼ ਕਰ ਦੇਣਗੀਆਂ। ਹੁਣ ਨਵੇਂ ਨੇਮ ਦੇ ਜ਼ਮਾਨੇ ਵਿੱਚ ਜੋ ਖਜ਼ਾਨੇ ਸਨ, ਉਹਨਾਂ ਨੂੰ ਹਮੇਸ਼ਾ ਹੀ ਸਿੱਕਿਆਂ, ਬਾਡਾਂ ਜਾਂ ਨਿਵੇਸ਼ਾਂ ਦੇ ਵਿੱਚ, ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਇਹ ਪਾਏ ਜਾਂਦੇ ਹਨ, ਇਸ ਤਰ੍ਹਾਂ ਨਹੀਂ ਸੀ ਰੱਖਿਆ ਜਾਂਦਾ, ਬਲਕਿ ਹਰੇਕ ਇੱਕ ਬਹੁਤ ਹੀ ਧਨੀ ਬਹੁਮੁੱਲੇ ਬਰਤਨਾਂ ਵਜੋਂ ਇਹਨਾਂ ਨੂੰ ਰੱਖਿਆ ਜਾਂਦਾ ਸੀ, ਜੋ ਕਿ ਇੱਕ ਇੱਕ ਮਨੁੱਖ ਦੇ ਹੁੰਦੇ ਸਨ। ਮਿਸਾਲ ਵਜੋਂ ਆਪ ਨੂੰ ਯਾਦ ਹੈ ਕਿ ਪੁਰਾਣੇ ਨੇਮ ਵਿੱਚ ਅਥਾਨ ਦੀ ਕਹਾਣੀ ਦੇ ਵਿੱਚ ਕਿਵੇਂ ਉਸਨੇ ਉਸ ਤੰਬੂ ਵਿੱਚ ਉਸ ਨੂੰ ਖਜ਼ਾਨੇ ਵਜੋਂ ਪੁੱਟ ਕੇ ਰੱਖਿਆ ਹੋਇਆ ਸੀ। ਇਹ ਖਜ਼ਾਨਾ ਕੀ ਸੀ? ਖੂਬਸੂਰਤ ਬਰਤਨ। ਅਤੇ ਉਸ ਨੇ ਇਹਨਾਂ ਬਰਤਨਾਂ ਨੂੰ ਲਿਆ ਅਤੇ ਇਹ ਉਸ ਖਾਸ ਫੌਜੀ ਕਾਰਵਾਈ ਦਾ ਵਿਨਾਸ਼ ਬਣ ਕੇ ਰਹਿ ਗਿਆ ਸੀ। ਪਰ ਜੇਕਰ ਆਪ ਉਸ ਤਸਵੀਰ ਨੂੰ ਆਪਣੇ ਮਨ ਵਿੱਚ ਬਣਾਈ ਰੱਖੋ, ਤਦ ਆਪ ਦੇਖੋਗੇ ਕਿ ਬਹੁਤ ਸਾਰੇ ਲੋਕ ਜੋ ਕਿ ਯਿਸੂ ਦੇ ਜ਼ਮਾਨੇ ਵਿੱਚ ਧਨਵਾਨ ਹੁੰਦੇ ਸਨ, ਜ਼ਿਆਦਾਤਰ ਉਹਨਾਂ ਦਾ ਧਨ ਉਹਨਾਂ ਬਰਤਨਾਂ ਵਿੱਚ ਪਾਇਆ ਜਾਂਦਾ ਸੀ ਜਿਸ ਦੇ ਉਹ ਮਾਲਕ ਹੁੰਦੇ ਸਨ। ਅਤੇ ਯਿਸੂ ਜੀ ਨੇ ਆਖਿਆ ਸੀ ਕਿ ਤੁਸੀਂ ਜਾਣਦੇ ਹੋ ਕਿ ਜੇਕਰ ਆਪ ਆਪਣਾ ਸਾਰਾ ਖਜ਼ਾਨਾ ਬਰਤਨਾਂ ਵਿੱਚ ਲਗਾ ਦਵੋ, ਤਦ ਇਹ ਇੱਕ ਛੋਟੀ ਜਿਹੀ ਕਾਈ ਦੇ ਦੁਆਰਾ ਨਾਸ਼ ਕਰ ਦਿੱਤਾ ਜਾਵੇਗਾ। ਸਿਉਂਕ ਆਵੇਗੀ ਅਤੇ ਇਸ ਨੂੰ ਨਾਸ਼ ਕਰ ਦੇਵੇਗੀ। ਅਤੇ ਉਹ ਆਖਦੇ ਹਨ ਕਿ ਇੱਕ ਹੋਰ ਚੀਜ਼ ਜੋ ਆਪ ਨੂੰ ਜਾਣਨ ਦੀ ਜ਼ਰੂਰਤ ਹੈ, ਉਹ ਹੈ ਧਰਤੀ ਉਤਲੇ ਖਜ਼ਾਨਿਆਂ ਦੇ ਬਾਰੇ। ਉਹ ਇਹ ਹੈ ਕਿ ਉਹਨਾਂ ਨੂੰ ਜੰਗ ਲੱਗ ਜਾਂਦਾ ਹੈ। ਕਦੇ-ਕਦੇ ਲੋਕ ਬਹੁਮੁੱਲੀਆਂ ਧਾਤਾਂ ਦੇ ਰੂਪ ਵਿੱਚ ਇਹਨਾਂ ਖਜ਼ਾਨਿਆਂ ਨੂੰ ਰੱਖਦੇ ਸਨ ਅਤੇ ਉਹ ਇਹਨਾਂ ਧਾਤਾਂ ਨੂੰ ਇੱਕ ਇਹੋ ਜਿਹੇ ਸਥਾਨ ਉੱਤੇ ਰੱਖਦੇ ਸਨ ਜਿੱਥੇ ਕਿ ਉਹ ਜਾ ਕੇ ਆਪਣੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਸਨ। ਅਤੇ ਉਹਨਾਂ ਦੀਆਂ ਉਹ ਸਾਰੀਆਂ ਧਾਤਾਂ ਉੱਥੇ ਸੁੱਟੀਆਂ ਹੋਈਆਂ ਅਤੇ ਜੰਗ ਲੱਗੀਆਂ ਹੋਈਆਂ ਅਤੇ ਫਜ਼ੂਲ ਪਾਈਆਂ ਹੋਈਆਂ ਸਨ। ਅਤੇ ਇਸ ਤੋਂ ਵੀ ਭੈੜੀ ਗੱਲ ਯਿਸੂ ਜੀ ਨੇ ਆਖਿਆ ਸੀ ਕਿ ਕਦੇ-ਕਦੇ ਉਹ ਖਜ਼ਾਨੇ ਜੋ ਕਿ ਧਰਤੀ ਉੱਤੇ ਰੱਖੇ ਜਾਂਦੇ ਸਨ, ਉਹਨਾਂ ਨੂੰ ਚੋਰ ਸੰਨ ਲਾ ਸਕਦੇ ਸਨ। ਚੋਰ ਸੰਨ ਲਾ ਕੇ ਉਸ ਨੂੰ ਚੋਰੀ ਕਰ ਲੈਂਦੇ ਸਨ। ਇਸ ਤਰ੍ਹਾਂ ਯਿਸੂ ਜੀ ਸਾਨੂੰ ਇਹ ਨਹੀਂ ਆਖ ਰਹੇ ਕਿ ਅਸੀਂ ਇੱਕ ਖਾਸ ਕਿਸਮ ਦੇ ਨਿਵੇਸ਼ ਕਰੀਏ, ਕਿਉਂਕਿ ਇਹ ਤਾਂ ਬਸ ਦੂਸਰੇ ਨਾਲੋਂ ਥੋੜਾ ਜਿਹਾ ਬਿਹਤਰ ਹੈ। ਉਹ ਤਾਂ ਅਸਲ ਵਿੱਚ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਰਹੇ ਹਨ ਕਿ ਅਸੀਂ ਆਪਣਾ ਸਾਰਾ ਖਜ਼ਾਨਾ ਅਤੇ ਆਪਣੀ ਆਸ ਅਤੇ ਆਪਣਾ ਭਰੋਸਾ ਜੋ ਅਸੀਂ ਧਰਤੀ ਉਤਲੀਆਂ ਚੀਜ਼ਾਂ ਉੱਤੇ ਰੱਖਦੇ ਹਾਂ, ਇਹ ਬਹੁਤ ਹੀ ਜ਼ਿਆਦਾ ਅਸੁਰੱਖਿਅਤ ਹੈ, ਕਿਉਂਕਿ ਆਪ ਇੱਕ ਦਿਨ ਇਸ ਦੇ ਮਾਲਕ ਹੋ ਸਕਦੇ ਹੋ ਅਤੇ ਅਗਲੇ ਦਿਨ ਇਹ ਜਾ ਸਕਦਾ ਹੈ। ਬਹੁਮੁੱਲੀਆਂ ਚੀਜ਼ਾਂ ਯਿਸੂ ਦੇ ਜ਼ਮਾਨੇ ਵਿੱਚ, ਜਿਵੇਂ ਕਿ ਬਹੁਮੁੱਲੇ ਵਸਤਰ ਅਤੇ ਅੱਛਾ ਭੋਜਨ ਅਤੇ ਬਹੁਮੁੱਲੀਆਂ ਧਾਤਾਂ, ਖਰਾਬ ਹੋਣ ਅਤੇ ਚੋਰਾਂ ਦੇ ਦੁਆਰਾ ਚੋਰੀ ਕੀਤੀਆਂ ਜਾ ਸਕਦੀਆਂ ਸਨ। ਇੱਕ ਤਰ੍ਹਾਂ ਦੇ ਨਾਲ ਫਿਰ ਵੀ ਹਰ ਇੱਕ ਭੌਤਿਕ ਵਸਤੂ ਇੱਕ ਇਸਤੇਮਾਲ ਕੀਤੀ ਹੋਈ ਕਾਰ ਜਾਂ ਫਿਰ ਇੱਕ ਪੁਰਾਣੇ ਕੰਪਿਊਟਰ ਦੀ ਤਰ੍ਹਾਂ ਬਣ ਜਾਂਦੀ ਹੈ। ਇੱਕ ਹੋਰ ਤਰ੍ਹਾਂ ਇਸ ਨੂੰ ਆਖਣ ਦੇ ਲਈ ਜੋ ਕੁਝ ਵੀ ਤੋੜਾਂ ਵਿੱਚ ਵੇਚਿਆ ਜਾਂਦਾ ਹੈ, ਉਹ ਇੱਕ ਨੇਕ ਇੱਛਾ ਦੇ ਵਜੋਂ ਨਾਸ਼ ਹੋ ਜਾਂਦਾ ਹੈ। ਕਈ ਕਰੋੜ ਡਾਲਰਾਂ ਦੀਆਂ ਸੰਪਤੀਆਂ ਅੱਗ ਵਿੱਚ ਰਾਖ ਹੋ ਜਾਂਦੀਆਂ ਹਨ ਅਤੇ ਇੱਥੇ ਕੈਲੀਫੋਰਨੀਆ ਵਿੱਚ ਪਹਾੜਾਂ ਦੇ ਥੱਲੇ ਦਬਾਈਆਂ ਜਾਂਦੀਆਂ ਹਨ। ਅਤੇ ਕੀ ਯਿਸੂ ਜੀ ਇਸ ਦੇ ਦੁਆਰਾ ਇਹ ਆਖ ਰਹੇ ਹਨ ਕਿ ਸਾਨੂੰ ਧਰਤੀ ਤੇ ਕੋਈ ਵੀ ਖਜ਼ਾਨਾ ਨਹੀਂ ਰੱਖਣਾ ਚਾਹੀਦਾ? ਨਹੀਂ, ਉਹ ਤਾਂ ਬਸ ਆਪ ਨੂੰ ਆਖ ਰਹੇ ਹਨ ਕਿ ਜੇਕਰ ਆਪ ਚਾਹੋ ਤੇ ਆਪ ਇਸ ਨੂੰ ਨਿਵੇਸ਼ ਦੀ ਸੂਚੀ ਵਿੱਚ ਰੱਖ ਸਕਦੇ ਹੋ। ਪਰ ਮੈਂ ਆਪ ਨੂੰ ਇਸ ਦੇ ਉਲਟ ਇੱਥੇ ਦੱਸ ਦੇਵਾਂ, ਇਸ ਦਾ ਨਿਚਲਾ ਹਿੱਸਾ ਇਹ ਹੈ ਕਿ ਇਹ ਨਾਸ਼ ਹੋਣ ਵਾਲਾ ਹੈ ਅਤੇ ਇਸ ਨੂੰ ਜੰਗ ਲੱਗਣ ਵਾਲਾ ਹੈ ਅਤੇ ਇਸ ਨੂੰ ਚੁਰਾਇਆ ਜਾ ਸਕਦਾ ਹੈ ਅਤੇ ਇੱਕ ਦਿਨ ਆਪ ਇਸ ਤੋਂ ਵਾਂਝਿਆ ਹੋਣ ਜਾ ਰਹੇ ਹੋ। ਪਰ ਅੱਜ ਆਪ ਇਸ ਤੋਂ ਬਗੈਰ ਹੋ ਸਕਦਾ ਹੈ। ਇਸ ਤਰ੍ਹਾਂ ਇਹ ਇੱਕ ਖੇਤਰ ਵਾਲਾ ਨਿਵੇਸ਼ ਹੈ ਜਿਸ ਨੂੰ ਅਸੀਂ ਘੱਟੋ ਘੱਟ ਇਸ ਤਰ੍ਹਾਂ ਆਖ ਸਕਦੇ ਹਾਂ। ਭਾਗ ਐੜਾ ਨਿਵੇਸ਼ਾਂ ਦੀ ਦੂਸਰੀ ਸੂਚੀ, ਸਵਰਗ ਵਿਚਲਾ ਧਨ। ਫਿਰ ਉਹ ਆਖਦਾ ਹੈ ਕਿ ਮੈਂ ਤੁਹਾਨੂੰ ਇੱਕ ਹੋਰ ਨਿਵੇਸ਼ ਦੀ ਸੂਚੀ ਬਾਰੇ ਦੱਸ ਦੇਵਾਂ ਜਿਸ ਦੇ ਬਾਰੇ ਹੋ ਸਕਦਾ ਹੈ ਆਪ ਇੱਕ ਨਜ਼ਰ ਮਾਰਨ ਦੀ ਖੁਆਇਸ਼ ਰੱਖਦੇ ਹੋ। ਨਿਵੇਸ਼ਾਂ ਦੀ ਸੂਚੀ, ਸਵਰਗ ਵਿਚਲਾ ਖਜ਼ਾਨਾ।
ਅਤੇ ਉਹ ਬਸ ਇਸੇ ਹੀ ਸੂਚੀ ਨੂੰ ਲੈਂਦਾ ਹੈ ਅਤੇ ਦੁਬਾਰਾ ਉਸ ਦੇ ਵੱਲ ਜਾਂਦਾ ਹੈ। ਜੋ ਕੁਝ ਉਸਨੇ ਧਰਤੀ ਉਤਲੇ ਖਜ਼ਾਨੇ ਬਾਰੇ ਆਖਿਆ ਸੀ, ਉਹਨਾਂ ਦੇ ਵਿੱਚੋਂ ਹਰੇਕ ਚੀਜ਼ ਨੂੰ ਨਾਂ ਦੀ ਵੱਲ ਲੈ ਜਾਂਦਾ ਹੈ। ਉਹ ਆਖਦਾ ਹੈ, ਜੇਕਰ ਆਪ ਸਵਰਗ ਵਿੱਚ ਧਨ ਦਾ ਨਿਵੇਸ਼ ਕਰੋ ਤਦ ਉਹ ਉੱਥੇ ਨਾਸ਼ ਨਹੀਂ ਹੁੰਦੇ, ਉੱਥੇ ਕੀੜਾ ਨਹੀਂ ਲੱਗ ਸਕਦਾ, ਉੱਥੇ ਜੰਗ ਨਹੀਂ ਲੱਗ ਸਕਦਾ ਅਤੇ ਉੱਥੇ ਕੋਈ ਵੀ ਇਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ ਅਤੇ ਇਹ ਇੱਥੇ ਚੋਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਵਰਗ ਵਿੱਚ ਸੰਨ ਲਾ ਕੇ ਕੋਈ ਵੀ ਤੁਹਾਡੇ ਖਜ਼ਾਨੇ ਨੂੰ ਚੋਰੀ ਨਹੀਂ ਕਰ ਸਕਦਾ। ਇਹ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੈਨੂੰ ਉਹ ਬਹੁਤ ਹੀ ਪਸੰਦ ਹੈ ਜੋ ਯਹੂਨਾ ਦੀ ਅੰਜੀਲ 6 ਅਧਿਆਇ ਉਸਦੀ 27 ਐਤ ਦੇ ਵਚਨ ਆਖਦੇ ਹਨ। ਮੈਂ ਆਪ ਦੇ ਲਈ ਇਹ ਵਚਨ ਪੜ੍ਹ ਦਵਾਂ। ਇੱਥੇ ਆਖਿਆ ਗਿਆ ਹੈ, ਨਾਸ਼ ਹੋਣ ਵਾਲੇ ਭੋਜਨ ਲਈ ਮਿਹਨਤ ਨਾ ਕਰੋ, ਸਗੋਂ ਉਸ ਭੋਜਨ ਲਈ ਜੋ ਕਿ ਸੰਦੀਪਕ ਜਿਉਣ ਤੱਕ ਰਹਿੰਦਾ ਹੈ, ਜਿਹੜਾ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂਕਿ ਪਿਤਾ ਪਰਮੇਸ਼ਰ ਨੇ ਉਸ ਉੱਤੇ ਮੋਹਰ ਕਰ ਦਿੱਤੀ ਹੈ। ਯਿਸੂ ਜੀ ਨੇ ਆਖਿਆ ਸੀ ਕਿ ਦੋ ਨਿਵੇਸ਼ਾਂ ਦੀਆਂ ਸੂਚੀਆਂ ਹਨ ਜਿਨ੍ਹਾਂ ਵਿੱਚ ਆਪ ਆਪਣੇ ਜੀਵਨ ਦਾ ਨਿਵੇਸ਼ ਕਰ ਸਕਦੇ ਹੋ। ਆਪ ਚਾਹੋ ਤੇ ਧਰਤੀ ਉਤਲੀਆਂ ਚੀਜ਼ਾਂ ਵਿੱਚ ਆਪਣਾ ਸਾਰਾ ਨਿਵੇਸ਼ ਕਰ ਸਕਦੇ ਹੋ ਅਤੇ ਕੀ ਲੋਕਾਂ ਦੀਆਂ ਉਦਾਹਰਨਾਂ ਨਹੀਂ ਪਾਈ ਜਾਂਦੀਆਂ ਜੋ ਕਿ ਕਿੰਨੇ ਅਤੇ ਕਿੱਥੋਂ ਤੱਕ ਜਾਣ ਦੇ ਲਈ ਚਲਾਏ ਜਾ ਸਕਦੇ ਹਨ ਅਤੇ ਕਿੰਨੇ ਉਹ ਇਕੱਠੇ ਕਰ ਸਕਦੇ ਹਨ ਅਤੇ ਉਹਨਾਂ ਦੀ ਅਸਲ ਯੋਗਤਾ ਕਿੰਨੀ ਹੁੰਦੀ ਹੈ। ਜਾਂ ਫਿਰ ਇੱਕ ਨਿਵੇਸ਼ ਦੀ ਸੂਚੀ ਉੱਤੇ ਇੱਕ ਹੋਰ ਨਿਵੇਸ਼ ਦੀ ਸੂਚੀ ਬਾਰੇ ਇੱਕ ਹੋਰ ਝਾਤੀ ਆਪ ਮਾਰ ਸਕਦੇ ਹੋ ਜਿਸ ਦੇ ਵਿੱਚ ਕੁਝ ਭਿੰਨ ਨਜ਼ਰੀਆ ਪਾਇਆ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇੱਕ ਦੂਸਰੇ ਨਾਲੋਂ ਵੱਧ ਕੇ ਕਿਤੇ ਵੀ ਸੁਰੱਖਿਆ ਹੈ ਹੀ ਨਹੀਂ। ਨੰਬਰ 2, ਸਿਧਾਂਤ ਭਾਗ ਊੜਾ, ਇੱਛਾ ਦਾ ਸਿਧਾਂਤ। ਇਸ ਤਰ੍ਹਾਂ ਇਹ ਦੋ ਨਿਵੇਸ਼ ਦੀਆਂ ਸੂਚੀਆਂ ਹਨ, ਪਰ ਆਓ ਅਸੀਂ ਹੁਣ ਅੱਗੇ ਵਧੀਏ ਅਤੇ ਮੈਂ ਆਪ ਨੂੰ ਦੋ ਸਿਧਾਂਤਾਂ ਦੇ ਬਾਰੇ ਸਮਝਾਉਣ ਦੀ ਖੁਆਇਸ਼ ਰੱਖਦਾ ਹਾਂ ਜੋ ਯਿਸੂ ਜੀ ਨੇ ਬਾਈਬਲ ਬਾਣੀ ਦੇ ਇਸ ਭਾਗ ਵਿੱਚ ਬਖਸ਼ੇ ਸਨ। ਸਭ ਤੋਂ ਪਹਿਲਾਂ ਹੈ ਇੱਛਾ ਦਾ ਸਿਧਾਂਤ। ਗੌਰ ਕਰੋ ਜੋ ਉਹ ਮੱਤੀ ਦੀ ਅੰਜੀਲ 6 ਅਧਿਆਏ ਉਸਦੀ 21 ਐਤ ਦੇ ਵਚਨਾਂ ਵਿੱਚ ਆਖਦਾ ਹੈ, ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ। ਇਹ ਪਹਿਲਾ ਸਿਧਾਂਤ ਹੈ। ਜਦੋਂ ਆਪ ਇਸ ਨਿਵੇਸ਼ ਨੂੰ ਕਰ ਰਹੇ ਹੋ, ਆਪ ਨੂੰ ਇੱਛਾ ਦੇ ਸਿਧਾਂਤ ਨੂੰ ਸਮਝਣ ਦੀ ਜ਼ਰੂਰਤ ਹੈ। ਸਵਰਗ ਅਤੇ ਧਰਤੀ ਉਤਲੇ ਨਜ਼ਰੀਏ ਵਿਚਲੇ ਫਰਕ ਨੂੰ ਸਮਝਣ ਦੀ, ਜੋ ਕਿ ਸਾਡੀ ਸੁਰੱਖਿਆ ਦਾ ਉਦੇਸ਼ ਹੈ। ਜਿੱਥੇ ਤੁਹਾਡਾ ਧਨ ਹੈ ਉੱਥੇ ਤੁਹਾਡਾ ਦਿਲ ਵੀ ਹੋਵੇਗਾ। ਜੋ ਦਿਲ ਹੈ ਇਹ ਨਿਰੰਤਰ ਦੇ ਕੇਂਦਰ ਨੂੰ ਦਰਸਾਉਂਦਾ ਹੈ ਅਤੇ ਇਹ ਆਪ ਦੇ ਠੀਕ ਅੰਦਰਲੀਆਂ ਇੱਛਾਵਾਂ ਦੇ ਆਪਸੀ ਦਿਸ਼ਾ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਦੋ ਉਪ ਸਿਧਾਂਤ ਇਸ ਸਿਧਾਂਤ ਦੇ ਹਨ। ਨੰਬਰ 1, ਸਾਡੇ ਦਿਲ ਸਾਡੇ ਖਜ਼ਾਨੇ ਨੂੰ ਪ੍ਰਭਾਵਿਤ ਕਰਦਾ ਹੈ। ਕੀ ਇਹ ਸੱਚ ਨਹੀਂ ਹੈ? ਧਰਤੀ ਉੱਤੇ ਖਜ਼ਾਨਿਆਂ ਦੇ ਬਾਰੇ ਇਹ ਸੱਚ ਹੈ। ਜੇਕਰ ਆਪ ਕਿਸੇ ਵੀ ਸਰਕਾਤਮਕ ਮਾਨਸਿਕ ਵਤੀਰੇ ਨਾਲ ਸੰਬੰਧਿਤ ਸਭਾਵਾਂ ਦੇ ਵਿੱਚ ਜਾਓ, ਜਾਂ ਫਿਰ ਆਪ ਜਾਣਦੇ ਹੋ ਕਿਵੇਂ ਧਨਵਾਨ ਬਣਨ ਦਾ ਇਸ ਨਾਲ ਸੰਬੰਧਿਤ ਸਭਾਵਾਂ ਦੇ ਵਿੱਚ, ਉੱਥੇ ਜੋ ਕੁਝ ਉਹ ਤੁਹਾਨੂੰ ਦੱਸਣਗੇ ਉਹ ਇਹ ਹੈ ਕਿ ਆਪ ਨੂੰ ਇਸ ਦੀ ਇੱਛਾ ਰੱਖਣੀ ਪੈਣੀ ਹੈ। ਆਪ ਨੂੰ ਆਪਣੇ ਦਿਲ ਇਸ ਦੇ ਵਿੱਚ ਰੱਖਣਾ ਪੈਣਾ ਹੈ। ਆਪ ਨੂੰ ਆਪਣੇ ਆਪ ਨੂੰ ਇਸ ਨੂੰ ਦੇਣਾ ਪੈਣਾ ਹੈ। ਕੋਈ ਵੀ ਬਿਨਾਂ ਅਤੁੱਲ ਇੱਛਾ ਰੱਖਿਆ ਚੋਟੀ ਤੇ ਨਹੀਂ ਚੜ ਸਕਦਾ ਅਤੇ ਜੇਕਰ ਆਪ ਖੁਆਇਸ਼ ਨੂੰ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਦੀ ਇੱਛਾ ਨੂੰ ਵੀ, ਤਦ ਆਪ ਕੁਝ ਵੀ ਕਰ ਸਕਦੇ ਹੋ ਜੋ ਵੀ ਆਪ ਕਰਨ ਦੀ ਖੁਆਇਸ਼ ਰੱਖੋ। ਜੋ ਕੁਝ ਵੀ ਦਿਲ ਦੇ ਵਿੱਚ ਆ ਸਕਦਾ ਹੈ ਜਾਂ ਫਿਰ ਮਨ ਦੇ ਵਿੱਚ ਆ ਸਕਦਾ ਹੈ, ਉਸ ਨੂੰ ਪ੍ਰਾਪਤ ਕਰ ਸਕਦੇ ਹੋ। ਉਹ ਆਪ ਨੂੰ ਉਹੀ ਹੀ ਆਖਦੇ ਹਨ। ਪਰ ਜੋ ਕੁਝ ਉਹ ਆਖ ਰਹੇ ਹਨ ਉਹ ਇਹ ਹੈ ਕਿ ਉਹ ਚੀਜ਼ ਜੋ ਇਸ ਸਭ ਨੂੰ ਪਿੱਛੇ ਚਲਾ ਰਹੀ ਹੈ, ਉਹ ਤਾਂ ਅੰਦਰੂਨੀ ਨਿਯੰਤਰਣ ਕਰਨ ਵਾਲਾ ਕੇਂਦਰ ਹੈ ਜਿਸ ਨੂੰ ਦਿਲ ਆਖਿਆ ਜਾਂਦਾ ਹੈ। ਆਪ ਦਾ ਦਿਲ ਆਪ ਦੇ ਖਜ਼ਾਨੇ ਨੂੰ ਪ੍ਰਭਾਵਿਤ ਕਰਦਾ ਹੈ। ਪਰ ਦੂਸਰਾ ਉਪ ਸਿਧਾਂਤ ਠੀਕ ਇਸੇ ਤਰ੍ਹਾਂ ਹੈ, ਸਿਵਾਏ ਇਸ ਦੇ ਕਿ ਇਹ ਇਸ ਤੋਂ ਪੂਰੀ ਤਰ੍ਹਾਂ ਭਿੰਨ ਹੈ। ਇਸ ਤੋਂ ਉਲਟ ਹੈ। ਉਹ ਇਹ ਹੈ ਕਿ ਆਪ ਦਾ ਖਜ਼ਾਨਾ ਆਪ ਦੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਇਸ ਦੇ ਵਿੱਚ ਬਹੁਤ ਸਾਰਾ ਕੁਝ ਜੋੜਿਆ ਹੋਵੇ ਤਦ ਅਸੀਂ ਇਸ ਦੀ ਰਾਖੀ ਕਰਦੇ ਹਾਂ। ਜਦੋਂ ਆਪ ਦਾ ਘਰਾਨਾ ਕਲੀਸਿਆ ਦੇ ਵਿੱਚ ਹੋਵੇ ਅਤੇ ਜਦੋਂ ਆਪ ਦੇ ਬੱਚੇ ਸੰਡੇ ਸਕੂਲ ਦੇ ਵਿੱਚ ਹੋਣ ਅਤੇ ਜਦੋਂ ਆਪ ਛੋਟੀਆਂ ਝੁੰਡਾਂ ਦੇ ਵਿੱਚ ਸ਼ਾਮਲ ਹੋ ਚੁੱਕੇ ਹੋਵੋ ਅਤੇ ਜਦੋਂ ਆਪ ਸਮੂਹਿਕ ਤੌਰ ਤੇ ਗਾਉਣ ਵਾਲੀ ਮੰਡਲੀ ਵਿੱਚ ਹੋਵੋ ਅਤੇ ਆਪ ਸੇਵਾ ਵਿੱਚ ਸ਼ਾਮਲ ਹੋਵੋ, ਤਦ ਆਪ ਦਾ ਦਿਲ ਉੱਥੇ ਹੁੰਦਾ ਹੈ। ਕਿਉਂਕਿ ਆਪ ਦਾ ਦਿਲ ਉੱਥੇ ਹੈ, ਤਦ ਆਪ ਇਸ ਸਭ ਨੂੰ ਕਾਰਜਸ਼ੀਲ ਹੋਣ ਦੇ ਵਿੱਚ ਇੱਕ ਹਿੱਸਾ ਹੋਣ ਦੀ ਖੁਆਇਸ਼ ਰੱਖਦੇ ਹੋ ਅਤੇ ਜੋ ਸੇਵਾਵਾਂ ਜੋ ਆਪ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਜੀਵਨ ਦੇ ਲਈ ਅਤੇ ਆਪ ਦੇ ਗੁਆਂਢੀ ਦੇ ਲਈ ਅਤੇ ਇਸ ਸਮਾਜ ਦੇ ਲਈ ਸੇਵਾ ਵਜੋਂ ਕਰਨਾ ਚਾਹੁੰਦੇ ਹੋ, ਤਦ ਆਪ ਕੋਈ ਵੀ ਇਹੋ ਜਿਹੀ ਗੱਲ ਵਰਪਦਿਆਂ ਦੇਖਣ ਦੀ ਖੁਆਇਸ਼ ਨਹੀਂ ਰੱਖਦੇ, ਕਿਉਂਕਿ ਤੁਹਾਡਾ ਦਿਲ ਉੱਥੇ ਹੁੰਦਾ ਹੈ। ਆਪ ਦੇ ਲਈ ਇਹ ਕਠਨ ਨਹੀਂ ਹੁੰਦਾ ਕਿ ਤੁਸੀਂ ਆਪਣੇ ਖਜ਼ਾਨੇ ਨੂੰ ਉੱਥੇ ਰਹਿਣ ਦੇਵੋ, ਕਿਉਂਕਿ ਉਹ
ਉਪ ਸਿਧਾਂਤ ਆਖਦਾ ਹੈ ਕਿ ਜਿੱਥੇ ਤੁਹਾਡਾ ਦਿਲ ਹੈ ਉੱਥੇ ਤੁਹਾਡਾ ਖਜ਼ਾਨਾ ਹੋਵੇਗਾ। ਅਤੇ ਜੋ ਕੁਝ ਵੀ ਆਖ ਰਿਹਾ ਹੈ ਉਹ ਇਹ ਹੈ ਕਿ ਜੇਕਰ ਆਪ ਦਾ ਖਜ਼ਾਨਾ ਥੋੜਾ ਜਿਹਾ ਪਰਮੇਸ਼ਰ ਦੀਆਂ ਵਸਤਾਂ ਦੇ ਵਿੱਚ ਹੈ, ਤਦ ਇਹ ਅਸਲ ਵਿੱਚ ਕੋਈ ਪੈਸੇ ਨਾਲ ਸੰਬੰਧਿਤ ਸਮੱਸਿਆ ਨਹੀਂ ਹੈ। ਇਹ ਤਾਂ ਇੱਕ ਦਿਲ ਨਾਲ ਜੁੜੀ ਹੋਈ ਸਮੱਸਿਆ ਹੈ। ਕਿ ਇਹ ਇਸ ਤਰ੍ਹਾਂ ਨਹੀਂ ਹੈ? ਉਹ ਤਾਂ ਅਸਲ ਵਿੱਚ ਇੱਕ ਵਿੱਤੀ ਮਾਮਲਾ ਨਹੀਂ ਹੈ। ਇਹ ਇੱਕੋ ਜਿਹਾ ਮਾਮਲਾ ਹੈ ਕਿਉਂਕਿ ਤੁਹਾਡਾ ਦਿਲ ਕਿੱਥੇ ਹੈ ਅਤੇ ਤੁਹਾਡੀਆਂ ਖਵਾਇਸ਼ਾਂ ਕਿੱਥੇ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਉਹਦੇ 6 ਅਧਿਆਏ ਦੀ 14 ਆਇਤ ਤੋਂ ਲੈ ਕੇ 24 ਆਇਤਾਂ ਤੱਕ ਦੇ ਵਚਨਾਂ ਨੂੰ ਗੌਰ ਕਰ ਰਹੇ ਸੀ। ਇਹਨਾਂ ਵਚਨਾਂ ਦੇ ਰਾਹੀਂ ਅੱਜ ਅਸੀਂ ਨਿਵੇਸ਼ ਦੇ ਬਾਰੇ ਜਾਣਿਆ। ਬਾਈਬਲ ਬਾਣੀ ਦੇ ਵਿੱਚੋਂ ਮੱਤੀ 6 ਅਧਿਆਏ ਦੀ 14 ਆਇਤ ਤੋਂ ਲੈ ਕੇ 24 ਆਇਤ ਦੇ ਵਚਨਾਂ ਨੂੰ ਸਿੱਖਿਆ ਕਿ ਪ੍ਰਭੂ ਯਿਸੂ ਜੀ ਵੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਸਮੇਂ ਅਤੇ ਸਰੋਤਾਂ ਦਾ ਸਹੀ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਇਹਨਾਂ ਵਚਨਾਂ ਵਿੱਚ ਉਹ ਕਹਿੰਦੇ ਹਨ ਕਿ ਆਪਣੇ ਲਈ ਇਸ ਧਰਤੀ ਦੇ ਉੱਤੇ ਧਨ ਇਕੱਠਾ ਨਾ ਕਰੋ, ਕਿਉਂਕਿ ਇੱਥੇ ਉਹਨਾਂ ਨੂੰ ਕੀੜਾ ਅਤੇ ਜੰਗਾਲ ਵਿਗਾੜਦੇ ਹਨ ਅਤੇ ਚੋਰ ਉਸ ਦੇ ਵਿੱਚ ਸੰਨ ਲਾ ਕੇ ਉਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਵ ਇਹ ਹੈ ਕਿ ਇਸ ਧਰਤੀ ਦੇ ਉੱਤੇ ਤੁਹਾਡਾ ਧਨ, ਤੁਹਾਡੀ ਜਾਇਦਾਦ ਸੁਰੱਖਿਅਤ ਨਹੀਂ ਹੈ। ਇਸ ਲਈ ਸਵਰਗ ਦੇ ਵਿੱਚ ਆਪਣੇ ਧਨ ਨੂੰ ਜੋੜੋ, ਜਿੱਥੇ ਨਾ ਤਾਂ ਉਸ ਨੂੰ ਕੀੜਾ ਲੱਗ ਸਕਦਾ ਅਤੇ ਨਾ ਹੀ ਕੋਈ ਚੋਰੀ ਕਰ ਸਕਦਾ। ਇਸ ਤਰੀਕੇ ਨਾਲ ਉਹ ਨਿਵੇਸ਼ ਬਾਰੇ ਗੱਲ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਨਿਵੇਸ਼ ਕਿੱਥੇ ਕਰਨਾ ਚਾਹੀਦਾ ਹੈ ਅਤੇ ਕਿਉਂ ਕਰਨਾ ਚਾਹੀਦਾ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿਵੇਸ਼ ਦੀਆਂ 2 ਸੂਚੀਆਂ ਸੀ ਜਿਨ੍ਹਾਂ ਨੂੰ ਅਸੀਂ ਦੇਖਿਆ। ਪਹਿਲੀ ਨਿਵੇਸ਼ ਦੀ ਸੂਚੀ ਧਰਤੀ ਉਤਲੇ ਖਜ਼ਾਨੇ ਨਾਲ ਸੰਬੰਧਿਤ ਹੈ ਅਤੇ ਦੂਜੀ ਨਿਵੇਸ਼ ਦੀ ਸੂਚੀ ਸਵਰਗ ਵਿਚਲੇ ਖਜ਼ਾਨੇ ਨਾਲ ਸੰਬੰਧਿਤ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਇਸ ਦਾ ਆਤਮਿਕ ਲਾਭ ਵੀ ਮਿਲਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਮਿਹਰਬਾਨ ਕਿਰਪਾਲੂ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਕਿਰਪਾ ਦੇ ਸਿਆਸਨ ਦੇ ਸਾਹਮਣੇ ਆਉਂਦੇ ਪ੍ਰਭੂ ਧੰਨਵਾਦ ਦਿੰਦੇ ਆ ਪਿਤਾ ਪਰਮੇਸ਼ਰ ਅੱਜ ਦੇ ਅੱਛੇ ਵਚਨ ਵਾਸਤੇ, ਜਿਸ ਦੇ ਵਿੱਚ ਤੁਸੀਂ ਸਾਨੂੰ ਸਿਖਾਇਆ ਕਿ ਸਾਨੂੰ ਆਪਣੇ ਧਨ ਨੂੰ ਤੇ ਆਪਣੇ ਸਰੋਤਾਂ ਨੂੰ ਤੇ ਜੋ ਕੁਝ ਵੀ ਸਾਡੇ ਕੋਲ ਹੈ ਉਸ ਦਾ ਨਿਵੇਸ਼ ਕਿੱਥੇ ਕਰਨਾ ਚਾਹੀਦਾ ਹੈ। ਪ੍ਰਭੂ ਜੀ, ਤੁਸੀਂ ਸਲਾਹ ਦਿੱਤੀ ਹੈ ਕਿ ਧਰਤੀ ਦੀ ਚੀਜ਼ਾਂ ਦੇ ਉੱਤੇ ਅਗਰ ਅਸੀਂ ਆਪਣਾ ਨਿਵੇਸ਼ ਕਰਦੇ ਹਾਂ ਤਾਂ ਸਾਨੂੰ ਇਸ 'ਤੇ ਕੋਈ ਵੀ ਫਾਇਦਾ ਮਿਲਣ ਵਾਲਾ ਨਹੀਂ ਹੈ, ਪਰ ਜੇਕਰ ਅਸੀਂ ਸਵਰਗ ਦੀ ਚੀਜ਼ਾਂ 'ਤੇ ਨਿਵੇਸ਼ ਕਰਦੇ ਹਾਂ ਤਾਂ ਤੁਹਾਡੀ ਬਰਕਤਾਂ ਸਾਨੂੰ ਮਿਲਣਗੀਆਂ। ਤੁਹਾਡੀ ਪ੍ਰਭੂ ਜੀ ਹਰ ਇੱਕ ਉਹ ਚੀਜ਼ ਜਿਸ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡੀ ਖੁਸ਼ੀ ਹੈ ਪ੍ਰਭੂ ਜੀ, ਉਹ ਸਾਨੂੰ ਪ੍ਰਾਪਤ ਹੋਏਗੀ। ਪਿਤਾ ਪਰਮੇਸ਼ਰ, ਅੱਜ ਦੇ ਵਚਨ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਸਾਨੂੰ ਅਕਲ ਔਰ ਬੁੱਧੀ ਦਿਓ, ਪਵਿੱਤਰ ਆਤਮਾ ਦੇ ਦੁਆਰਾ ਅਗਵਾਈ ਕਰੋ ਤਾਂ ਕਿ ਪ੍ਰਭੂ ਅਸੀਂ ਆਪਣੇ ਸਰੋਤਾਂ ਦਾ, ਆਪਣੇ ਧਨ ਦਾ, ਆਪਣੇ ਸਮੇਂ ਦਾ, ਜੋ ਕੁਝ ਵੀ ਸਾਡੇ ਕੋਲ ਹੈ ਪਿਤਾ ਪਰਮੇਸ਼ਰ, ਉਹਨਾਂ ਦਾ ਸਹੀ ਇਸਤੇਮਾਲ ਕਰ ਸਕੀਏ, ਸਹੀ ਸਮੇਂ 'ਤੇ ਇਸਤੇਮਾਲ ਕਰ ਸਕੀਏ ਔਰ ਸਹੀ ਜਗ੍ਹਾ ਇਸਤੇਮਾਲ ਕਰ ਸਕੀਏ। ਪ੍ਰਭੂ ਜੀ, ਅਸੀਂ ਆਪਣੇ ਨਿਵੇਸ਼ ਦੇ ਦੁਆਰਾ ਵੱਧ ਤੋਂ ਵੱਧ ਤੁਹਾਡੇ ਤੋਂ ਫਾਇਦਾ ਚੁੱਕ ਸਕੀਏ। ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਕਿ ਤੁਸੀਂ ਸਾਨੂੰ ਇਸ ਅੱਛੇ ਵਚਨ ਦੇ ਦੁਆਰਾ ਆਪਣੀ ਬਰਕਤ ਦਿੱਤੀ ਹੈ ਪਿਤਾ। ਯਿਸੂ ਮਸੀਹ ਜੀ ਦੇ ਨਾਂ 'ਚ ਇਸ ਨੂੰ ਮੰਗ ਲੈਂਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।